ਸ਼੍ਰੀ ਅਕਾਲ ਦੋਸਤੋ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਿ ਪੀਸਟੈਟ 2024 ਦੇ ਵਿੱਚ ਜਿਹੜਾ ਫਾਰਮ ਭਰਨਾ ਉਹ ਫਾਰਮ ਕਿਵੇਂ ਭਰਨਾ ਤੇ ਉਦੋਂ ਪਹਿਲਾਂ ਜਿਹੜੀਆਂ ਮੇਨ ਗੱਲਾਂ ਨੇ ਉਹ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ 'ਚ ਰੱਖਣੀਆਂ ਨੇ। ਚਲੋ ਜੀ, ज़्यादा समय ना ਲੈਂਦੇ ਹੋਏ ਵੀਡੀਓ ਨੂੰ ਸ਼ੁਰੂਆਤ ਕਰਦੇ ਹਾਂ। ਇਸ ਤੋਂ ਬਾਅਦ ਮੈਂ ਇਸ ਦੇ ਪ੍ਰੀਵੀਅਸ ਈਅਰ ਦੇ ਜਿੰਨੇ ਵੀ ਕੁਐਸਚਨ ਪੇਪਰ ਨੇ ਪੀਸਟੈਟ 1 ਤੇ ਪੀਸਟੈਟ 2 ਦੇ ਸਾਰੇ ਇਸ ਚੈਨਲ ਤੇ ਪਾਉਂਗਾ, ਤਾਂ ਚੈਨਲ ਦੇ ਲਈ ਬਣੇ ਰਹੋ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕ੍ਰੋਮ ਖੋਲ੍ਹਦੇ ਹਾਂ। गूगल क्रोम ਤੇ गए। गूगल क्रोम ਤੇ ਆਪਾਂ ਲਿਖਿਆ ਜੀ ਪੀਸਟੈਟ ਲਿਖ ਕੇ ਆਪਾਂ ਇੰਨਾ ਕਲਿੱਕ ਕਰਿਆ ਤੇ ਪਹਿਲੇ ਵਾਲੇ ਤੇ ਕਲਿੱਕ ਕਰ ਦੇਣਾ। ਤੁਸੀਂ ਪਹਿਲੇ ਵਾਲੇ ਤੇ ਕਲਿੱਕ ਕਰਨ ਤੋਂ ਬਾਅਦ ਸਭ ਤੋਂ ਜਿਹੜੇ ਉੱਪਰ ਨੇ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਉੱਪਰ ਦੱਸ ਦਿੰਦਾ ਉੱਪਰ ਕਿਹੜੀ ਚੀਜ਼ਾਂ ਨੇ। ਸਭ ਤੋਂ ਪਹਿਲਾਂ ਜੇਕਰ ਕਿਸੇ ਨੂੰ ਕੋਈ ਪੇਮੈਂਟ ਦੀ ਦਿੱਕਤ ਆ ਰਹੀ ਹੈ ਜਾਂ ਕੁਛ ਪ੍ਰਕਾਰ ਦੀ ਕੋਈ ਵੀ ਦਿੱਕਤ ਹੈ ਤਾਂ ਤੁਸੀਂ ਪੀਸਟੈਟ ਹੈਲਪ ਡੈਸਕ @psb.ac.in ਤੇ ਕਰ ਸਕਦੇ ਹੋ, ਜਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਮੰਡੇ ਟੂ ਸੈਚਰਡੇ 9:30 ਤੋਂ ਲੈ ਕੇ 4:45 ਵਜੇ ਤੱਕ। ਹੁਣ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ, ਪੰਜਾਬ ਸਟੇਟ ਦੀ ਫੁੱਲ ਫਾਰਮ ਕੀ ਹੈ? ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ, ਜਿਹਨੂੰ ਆਪਾਂ ਪੀਟੈਟ ਵੀ ਕਹਿ ਦਿੰਦੇ ਹਾਂ, ਬਟ ਇਹ ਹੁੰਦਾ ਪੀਸਟੈਟ ਹੈ। ਇੱਦਾਂ ਹੀ ਜੇ ਅੱਗੇ ਐਚ ਲੱਗ ਜੇ ਤਾਂ ਹਰਿਆਣਾ ਹੋ ਜਾਂਦਾ, ਸੀ ਲੱਗ ਜੇ ਤਾਂ ਸੈਂਟਰ ਹੋ ਜਾਂਦਾ, ਤੇ ਆਰ ਲੱਗ ਜੇ ਤਾਂ ਰਾਜਸਥਾਨ ਹੋ ਜਾਂਦਾ। ਸਭ ਤੋਂ ਪਹਿਲਾਂ ਤੁਸੀਂ ਇਸ 3 ਡਾਟਸ ਤੇ ਕਲਿੱਕ ਕਰਨਾ ਹੈ। ਇਹਨਾਂ ਤੇ ਤੁਸੀਂ ਕਲਿੱਕ ਕਰਿਆ। ਕਲਿੱਕ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ, ਮੰਨ ਲਓ ਐਲੀਜੀਬਿਲਿਟੀ ਕ੍ਰਾਈਟੇਰੀਆ, ਇਹਨੂੰ ਛੱਡ ਦਿਓ, ਫੀਸ ਦਾ ਦੇਖਦੇ ਹਾਂ। ਸਭ ਤੋਂ ਪਹਿਲਾਂ ਫੀਸ ਦੇਖ ਲਈ ਆਪਾਂ ਫੀਸ ਦੇਖਦੇ ਹਾਂ। ਫੀਸ ਸਟਰਕਚਰ ਕੈਟੇਗਰੀ ਪੇਪਰ 1 ਜਨਰਲ ਤੇ OBC ਓਨਲੀ ਫॉर ਪੰਜਾਬ। ਜਿਹੜੇ ਜਨਰਲ ਤੇ OBC ਨੇ ਉਹਨਾਂ ਲਈ ਪੇਪਰ 1 ਦੇ ਲਈ 1000 ਹੈ, ਪੇਪਰ 2 ਦੇ ਲਈ 1000 ਹੈ, ਤੇ ਬੋਥ ਪੇਪਰ ਜੇ ਤੁਸੀਂ ਇਕੱਠੇ ਭਰਨੇ ਆ ਤਾਂ 2000 ਹੈ। ਕੋਈ ਵੀ ਬੰਦਾ ਇਹਨੂੰ ਭਰ ਸਕਦਾ ਹੈ ਆਫਟਰ +2। ਬਸ ਗੱਲ ਇਹ ਹੋਣੀ ਚਾਹੀਦੀ ਹੈ, ਜੇ ਤੁਸੀਂ ਐਲੀਜੀਬਿਲਿਟੀ ਦੇਖਣਾ ਚਾਹੋ ਤਾਂ ਐਲੀਜੀਬਿਲਿਟੀ ਦੇ ਲਈ ਕ੍ਰਾਈਟੇਰੀਆ ਅਲੱਗ ਹੈ, ਲੇਕਿਨ ਭਰ ਸਾਰੀ ਸਕਦੇ ਨੇ, ਦੇ ਸਕਦੇ ਨੇ, ਤਾਂ ਜੋ ਬੰਦਾ ਅਟੈਂਪਟ ਜ਼ਰੂਰ ਕਰੇ, ਤਾਂ ਜੋ ਉਹਨੂੰ ਪਤਾ ਲੱਗੇ ਕਿ ਪੇਪਰ ਕਿਸ ਤਰ੍ਹਾਂ ਦਾ ਆਉਂਦਾ ਹੈ। ਦੈਨ ਹੈ ਜੀ SC ST ਡਿਫਰੈਂਟਲੀ ਐਬਲਡ ਓਨਲੀ ਫॉर ਪੰਜਾਬ, 500 ਰੁਪਏ ਉਹਨਾਂ ਵਾਸਤੇ, ਦੋਨਾਂ ਲਈ 1000 ਹੈ। ਐਕਸ ਸਰਵਿਸਮੈਨ ਲਈ ਕੋਈ ਨਹੀਂ ਹੈਗਾ, ਸੈਲਫ ਓਨਲੀ ਫॉर ਪੰਜਾਬ, ਠੀਕ ਹੈ ਜੀ। ਜਿਹੜਾ ਕੋਈ ਪਹਿਲਾਂ ਸਰਵਿਸ ਦੇ ਵਿੱਚ ਰਿਹਾ ਹੋਵੇ। ਅਦਰ ਸਟੇਟਸ ਫॉर ਆਲ ਕੈਟੇਗਰੀ, ਉਹਨਾਂ ਲਈ 1000 ਹੈ, ਜਿੱਦਾਂ ਹਰਿਆਣਾ ਲਈ, ਰਾਜਸਥਾਨ ਲਈ ਉਹਨਾਂ ਲਈ 1000 ਹੈ। ਸੇਮ ਜਨਰਲ ਦੇ ਲਈ ਜਿਹੜੀ ਹੈਗੀ ਹੈ। ਤੇ ਅਦਰ ਕੈਟਾਗਰੀ ਦਾ ਜਿਹੜਾ ਬੰਦਾ ਹੋਊਗਾ, ਅਦਰ ਸਟੇਟ ਦਾ ਜਿਹੜਾ ਬੰਦਾ ਹੋਊ, ਉਹ ਜਨਰਲ ਦੇ ਵਿੱਚ ਹੀ ਕਾਊਂਟ ਹੋਊਗਾ, ਚਾਹੇ ਉਹ SC ਤੇ ਚਾਹੇ ਉਹ BC ਹੋਵੇ। ਅੱਗੇ ਆ ਗਿਆ ਕੀ ਡੇਟਸ ਦੀ ਆਪਾਂ ਗੱਲ ਕਰੀਏ। ਸਭ ਤੋਂ ਪਹਿਲਾਂ ਵਿਗਿਆਪਨ ਕਰਨ ਦੀ ਮਿਤੀ ਸੀਗੀ 16 ਅਕਤੂਬਰ 2024 ਨੂੰ ਆਇਆ ਸੀ। ਆਨਲਾਈਨ ਰਜਿਸਟਰ ਸ਼ੁਰੂ ਹੋਣ ਦੀ ਮਿਤੀ ਸੀ 16/10/2024। ਆਨਲਾਈਨ ਰਜਿਸਟ੍ਰੇਸ਼ਨ ਸਮਾਪਤ 4 ਨਵੰਬਰ ਤੱਕ, ਇਹ ਸ਼ਾਮ ਨੂੰ 10 ਵਜੇ ਤੱਕ ਹੋਵੇਗਾ। ਹੋ ਸਕਦਾ ਕਿ ਡੇਟ ਇਹ ਅੱਗੇ ਪਿੱਛੇ ਹੋ ਸਕਦੀ ਹੈ, ਪਰ ਤੁਸੀਂ ਪਹਿਲਾਂ ਹੀ ਭਰ ਲਵੋ। ਆਨਲਾਈਨ ਵੇਰਵਿਆਂ ਦੀ ਸੋਧ ਦੀ ਮਿਤੀ 5/11/2024 ਤੱਕ। ਕਿਸੇ ਦੇ ਫਾਰਮ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ 5/11/2024 ਤੋਂ ਲੈ ਕੇ 8/11/2024 ਤੱਕ ਕਰ ਸਕਦਾ। ਰੋਲ ਨੰਬਰ ਆਨਲਾਈਨ ਕਰਨ ਦੀ ਮਿਤੀ 18/11 ਨੂੰ ਰੋਲ ਨੰਬਰ ਆ ਜਾਣਗੇ। ਪੀਸਟੈਟ ਪ੍ਰੀਖਿਆ 1 ਦਸੰਬਰ ਨੂੰ ਹੋਊਗੀ ਤੇ ਨਤੀਜਾ ਘੋਸ਼ਿਤ ਇਹ 1/1/2025 ਨੂੰ। ਟੈਂਟੇਟਿਵ ਹੈ ਵੀ ਮਹੀਨੇ ਦੇ ਵਿੱਚ ਲਗਭਗ ਇਹ ਆ ਜਾਊਗਾ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਐਡਵਰਟੀਜ਼ਮੈਂਟ ਦੇ ਵਿੱਚ ਆਪਾਂ ਚੱਲੀਏ। ਇਹ ਐਡਵਰਟੀਜ਼ਮੈਂਟ ਆਈ ਸੀ ਪੰਜਾਬ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰਸਿੱਧ ਪੰਜਾਬ ਵੱਲੋਂ ਅਗਲਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 1/12/2024 ਨੂੰ ਕੰਡਕਟ ਕਰਵਾਇਆ ਜਾ ਰਿਹਾ। ਯੋਗ ਉਮੀਦਵਾਰ ਵੈਬਸਾਈਟ ਤੇ ਜਾ ਕੇ www.pstet ਤੇ ਫਾਰਮ ਆਪਦਾ ਫਿਲ ਕਰ ਸਕਦੇ ਨੇ, ਠੀਕ ਹੈ ਜੀ। ਇਹ ਸਾਰਾ ਕੁਝ ਹੋ ਗਿਆ। ਇਸ ਤੋਂ ਬਾਅਦ ਡਾਊਨਲੋਡਸ ਗਾਈਡਲਾਈਨਸ ਫॉर ਪੀਸਟੈਟ ਲਈ ਗਾਈਡਲਾਈਨ ਕਿਹੜੀਆਂ ਨੇ ਉਹਦੇ ਬਾਰੇ ਆਪਾਂ ਜਾਣ ਕਰਦੇ ਹਾਂ। ਐਨੀ ਰੈਜ਼ੀਡੈਂਟ ਆਫ ਇੰਡੀਆ ਕੈਨ ਅਪੀਅਰ ਇਨ ਦਾ ਪੇਪਰ ਆਫ ਪੀਸਟੈਟ। ਇੰਡੀਆ ਦੇ ਵਿੱਚ ਕੋਈ ਵੀ ਬੰਦਾ, ਠੀਕ ਹੈ ਜੀ, ਇਸ ਪੇਪਰ ਨੂੰ ਭਰ ਸਕਦਾ +2 ਤੋਂ ਬਾਅਦ। ਦੀ ਫੋਲੋਇੰਗ ਪਰਸਨ ਸ਼ੈਲ ਬੀ ਐਲੀਜੀਬਲ for appearing in the TET: a person who has acquired to the academic and professional qualifications specified in NCET notification dated 23rd August 2010; a person who is pursuing any of the teacher education course recognized by the NCTE or the RCI, as the case may be specified in the NCTE notification date 23 अगस्त 2010. The TET paper is taken by the department as per the direction guidelines NCTE following any new subject. In addition to social science and math and science have been added for PSTET 2024 ਫਾਰਮ ਪੇਪਰ 2। 2024 ਦੇ ਪੇਪਰ 2 ਦੇ ਵਿੱਚ ਇਹ ਚੀਜ਼ਾਂ ਐਡ ਕੀਤੀਆਂ ਗਈਆਂ। ਸੋਸ਼ਲ ਸਾਇੰਸ ਤੇ ਮੈਥ ਸਾਇੰਸ ਐਡ ਕਰਤਾ। ਫॉर ਆਰਟ ਐਂਡ ਕਰਾਫਟ ਟੀਚਰ, ਆਰਟ ਐਂਡ ਕਰਾਫਟ ਫॉर ਫਿਜ਼ੀਕਲ ਐਜੂਕੇਸ਼ਨ, ਠੀਕ ਹੈ ਜੀ। ਮਿਊजिक टीचर फॉर होम साइंस एंड होम साइंस, for Sanskrit for any other teachers, math, social science and math. No specific minimum or maximum age limit is prescribed for the candidates. The fee structure ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। if the depend exercise serviceman भी याद कर देख चुके हैं। A candidate can register his her email ID and mobile number
ओनली वंस आफ्टर सक्सैसफुल रजिस्ट्रेशन, उस तो बाद ही नंबर रजिस्ट्रेशन होगा। कैंडिडेट शैल लॉग इन यूजिंग ईमेल आईडी एंड प्रोसीड टू नैक्सट स्टैप। कैंडिडेट मस्ट गिव हिज हर ऑन ईमेल आईडी, आपदी ही मेल आईडी होवे, मोबाइल नंबर आपदा होवे। दीज विल बी यूज्ड फॉर फ्यूचर कोरस्पोंडेंस। अ कैंडिडेट कैन अप्लाई इन वन कैटेगरी ओनली। अ कैंडिडेट मे अप्लाई फॉर बोथ पेपर 1 and 2 subject to fulfill of educational qualification and eligible criteria are as prescribed by the NCTE. From time to time application form for a paper is complete only after successful fee payment for the given paper। ਜਦੋਂ ਆਪਾਂ ਫੀਸ ਭਰ ਦਾਂਗੇ ਉਦੋਂ ਬਾਅਦ ਹੀ ਹੋਊਗਾ। The candidate should satisfy his her eligibility before applying and shall be personally responsible in case he she is not eligible to apply as per the given eligibility criteria। It is to be noted that if a candidate has been allowed to appear in the PSTAT, it does not imply that the candidate's eligibility has been verified। It does not vest any right with the candidate for appointment। The eligibility shall be find verified by the concerned recruiting agency appointing authority। Language of the question paper should be bilingual, दोनों लैंग्वेज ਦੇ ਵਿੱਚ ਆਉਂਦਾ ਹੈ। The validity period of PSTAT qualifying certificate by the appointment will be for lifetime। ਹੁਣ ਇਹ ਲਾਈਫ ਟਾਈਮ ਤੱਕ ਹੋ ਗਿਆ, ਜਦੋਂ ਅਸੀਂ ਕਲੀਅਰ ਕੀਤਾ ਸੀ ਉਹ 7 ਸਾਲ ਲਈ ਹੁੰਦਾ ਸੀ। Candidate must fill the details very carefully। If any details are found incorrect, candidate shall be disqualified। ਫਾਰਮ ਭਰਨ ਤੋਂ ਪਹਿਲਾਂ ਇਹ ਚੀਜ਼ਾਂ ਬਹੁਤ ਧਿਆਨ 'ਚ ਰੱਖਣੀਆਂ ਨੇ। ਅਕਸਰ ਕਾਲ ਦੇ ਵਿੱਚ ਗਲਤੀ ਹੋ ਜਾਂਦੀ, ਚਾਹੇ ਅੱਧਾ ਘੰਟਾ ਲੱਗ ਜੇ ਫਾਰਮ ਭਰਨ 'ਤੇ, ਪਰ ਧਿਆਨ ਨਾਲ ਖੁਦ ਭਰੋ, ਕੋਸ਼ਿਸ਼ ਇਹ ਕਰੋ, ਅਤੇ ਜੇ ਕਿਸੇ ਤੋਂ ਭਰਵਾ ਰਹੇ ਹੋ ਤਾਂ ਨਾਲ ਬੈਠ ਕੇ ਭਰੋ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਆਪਾਂ। ਇੰਸਟਰਕਸ਼ਨ ਫॉर ਕੈਂਡੀਡੇਟਸ। ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਜਿਹੜੇ ਤਾਂ 2-3 ਵਾਰੀ ਪੇਪਰ ਦੇ ਚੁੱਕੇ ਉਹਨਾਂ ਨੂੰ ਤਾਂ ਸਾਰਾ ਚੀਜ਼ ਦਾ ਪਤਾ ਹੈ, ਲੇਕਿਨ ਜਿਹੜੇ ਪਹਿਲੀ ਵਾਰ ਪੇਪਰ ਦੇ ਰਹੇ ਨੇ ਉਹਨਾਂ ਲਈ ਆਪਾਂ ਇੰਸਟਰਕਸ਼ਨ ਦੇਖ ਲੈਂਦੇ ਹਾਂ। ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਉਮੀਦਵਾਰ ਵੱਲੋਂ ਆਪਣਾ ਐਡਮਿਟ ਕਾਰਡ, ਠੀਕ ਹੈ ਜੀ, ਸਕੈਨਡ ਫੋਟੋ ਅਤੇ ਹਸਤਾਖਰ ਸਮੇਤ ਅਤੇ ਫੋਟੋ ਆਈਡੀ ਪ੍ਰੂਫ ਦਿਖਾਉਣਾ ਜ਼ਰੂਰੀ ਹੋਵੇਗਾ। ਜੇਕਰ ਕਿਸੇ ਉਮੀਦਵਾਰ ਦੇ ਐਡਮਿਟ ਕਾਰਡ ਉੱਪਰ ਸਕੈਨਡ ਫੋਟੋ ਨਹੀਂ ਹੈ ਤਾਂ ਉਹ ਆਪਣੇ ਐਡਮਿਟ ਕਾਰਡ ਉੱਪਰ ਫੋਟੋ ਪੇਸਟ ਕਰਕੇ ਕਿਸੇ ਗਜ਼ਟਡ ਅਫਸਰ ਜਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦੇ ਫੋਟੋ ਤਸਦੀਕ ਕਰਵਾਏਗਾ। ਗਜ਼ਟਡ ਅਫਸਰ ਦਾ ਮਤਲਬ ਹੁੰਦਾ ਜਿੱਦਾਂ ਪ੍ਰਿੰਸੀਪਲ ਹੋ ਗਏ, ਕੋਈ ਲੈਕਚਰਰ ਹੋ ਗਏ, ਹੈ ਨਾ, ਤਾਂ ਉਹਨਾਂ ਕੋਲੇ ਆਪਣਾ ਇਹ ਗਜ਼ਟਡ ਕਰਾ ਸਕਦੇ ਹੋ। ਪ੍ਰੀਖਿਆ ਕੇਂਦਰ ਦੇ ਅੰਦਰ ਪੈਨ, ਖਾਲੀ ਪੇਪਰ, ਮੋਬਾਈਲ ਫੋਨ, ਸਮਾਰਟ ਘੜੀ, FM ਰੇਡੀਓ, ਕੈਲਕੂਲੇਟਰ ਜਾਂ ਕੋਈ ਹੋਰ ਇਲੈਕਟ੍ਰਿਕ ਡਿਵਾਈਸ ਵਰਤਣ ਲਈ ਜਾਣ ਸਖਤ ਮਨਾਹੀ ਹੈ। ਵਾਲ ਪੈਨ ਪ੍ਰੀਖਿਆ ਕੇਂਦਰ ਵਿੱਚ ਉਮੀਦਵਾਰਾਂ ਨੂੰ ਦਿੱਤਾ ਜਾਂਦਾ ਹੈ। ਜਦੋਂ ਅਸੀਂ ਦਿੰਦੇ ਹੁੰਦੇ ਸੀ ਉਦੋਂ ਪੇਪਰ ਪੈਨ ਅਸੀਂ ਆਪ ਲੈ ਕੇ ਜਾਂਦੇ ਸੀ, ਲੇਕਿਨ ਅੱਜ ਕੱਲ੍ਹ ਤਾਂ ਪੇਪਰ ਪੈਨ ਵੀ ਆਪ ਦਿੰਦੇ ਨੇ। ਪੀਣ ਵਾਲੇ ਪਾਣੀ ਦੇ ਲਈ ਕੇਵਲ ਟਰਾਂਸਪੇਰੈਂਟ ਬੋਟਲ ਹੋਵੇ ਜਿਸ ਉੱਪਰ ਕੋਈ ਵੀ ਸਟicker ਜਾਂ ਪ੍ਰਿੰਟ ਨਾ ਹੋਵੇ, ਪ੍ਰੀਖਿਆ ਕੇਂਦਰ ਅੰਦਰ ਲਿਜਾਣ ਦੀ ਇਜਾਜ਼ਤ ਹੈ। ਪ੍ਰੀਖਿਆ ਕੇਂਦਰ ਅੰਦਰ ਕੰਟਰੋਲ ਅਲਕੋਹਲ, ਸ਼ਰਾਬ, ਇਹ ਤਾਂ ਤੁਹਾਨੂੰ ਪਤਾ ਹੀ ਹੈ, ਇਹ ਕਹਿਣ ਦੀ ਲੋੜ ਹੀ ਨਹੀਂ। ਉਮੀਦਵਾਰ ਆਪਣੇ ਰੋਲ ਨੰਬਰ ਵਾਲੀ ਸੀਟ 'ਤੇ ਹੀ ਬੈਠੇਗਾ, ਇਹ ਵੀ ਪਤਾ ਹੀ ਹੈ। ਠੀਕ ਹੈ ਜੀ। ਡਿਫਰੈਂਟਲੀ ਐਬਲ, ਅੱਖਾਂ ਤੋਂ ਹੱਥਾਂ ਤੋਂ ਸੈਰੇਬਲ ਪੈਲੇਸੀ, ਠੀਕ ਹੈ ਜੀ। ਉਮੀਦਵਾਰਾਂ ਨੂੰ ਆਪਣੇ ਨਾਲ ਇੱਕ ਰਾਈਟਰ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਅਜਿਹੀ ਹਾਲਤ ਵਿੱਚ ਉਸ ਉਮੀਦਵਾਰ ਨੂੰ ਆਪਣੀ ਡਿਫਰੈਂਟਲੀ ਐਬਲ ਦਾ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੋਵੇਗਾ। ਉਸ ਨੂੰ ਰਾਈਟਰ ਦਾ ਪਰਫੋਰਮਾ ਵੈਬਸਾਈਟ ਤੋਂ ਡਾਊਨਲੋਡ ਕਰਕੇ ਭਰ ਕੇ ਲਿਆਉਣਾ ਜ਼ਰੂਰੀ ਹੋਵੇਗਾ। ਉਹ ਆਪਣੇ ਰਾਈਟਰ ਦਾ ਪਰਫੋਰਮਾ ਅਤੇ ਫੋਟੋ ਆਈਡੀ ਪ੍ਰੂਫ ਵੀ ਕੇਂਦਰ ਸੁਪਰੀਡੈਂਟ ਅਤੇ ਨਿਗਰਾਨ ਨੂੰ ਚੈੱਕ ਕਰਵਾਵੇਗਾ। ਜੇਕਰ ਕੋਈ ਉਮੀਦਵਾਰ ਕਿਸੇ ਛੂਤ ਦੀ ਬਿਮਾਰੀ ਤੋਂ ਪ੍ਰਭਾਵਿਤ ਹੈ ਤਾਂ ਉਹ ਨਿਗਰਾਨ ਨੂੰ ਵੱਖਰੀ ਸ਼ੀਟ ਲੈਣ ਲਈ ਬੇਨਤੀ ਕਰ ਸਕਦਾ ਹੈ। ਕੋਈ ਵੀ ਉਮੀਦਵਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਤੋਂ ਬਾਹਰ ਨਹੀਂ ਜਾ ਸਕਦਾ। ਕੇਵਲ ਕੋਈ ਐਮਰਜੈਂਸੀ ਹੋਣ 'ਤੇ ਹੀ ਉਮੀਦਵਾਰ ਕੇਂਦਰ ਸੁਪਰੀਡੈਂਟ ਦੀ ਪ੍ਰਵਾਨਗੀ ਨਾਲ ਸੈਂਟਰ ਤੋਂ ਬਾਹਰ ਜਾ ਸਕੇਗਾ। ਉਮੀਦਵਾਰ OMR ਸ਼ੀਟ 'ਤੇ ਆਪਣੇ ਵੇਰਵੇ ਜਿਵੇਂ ਨਾਮ, ਰੋਲ ਨੰਬਰ, ਸੈਂਟਰ ਕੋਡ, ਇਹ ਚੀਜ਼ ਦਾ ਜ਼ਰੂਰ ਧਿਆਨ ਕਰ ਲਓ ਜੀ। ਕਈ ਵਾਰ ਜਦੋਂ ਆਪਾਂ ਪੇਪਰ ਕਰ ਰਹੇ ਹੁੰਦੇ ਹਾਂ, ਇਹ ਅਕਸਰ ਗਲਤੀ ਹੁੰਦੀ ਹੈ। ਜਦੋਂ ਹੀ ਤੁਸੀਂ ਪੇਪਰ 'ਤੇ ਟਿਕ ਲਾਇਆ, ਨਾਲ ਦੀ ਨਾਲ ਤੁਸੀਂ OMR ਸ਼ੀਟ 'ਤੇ ਭਰ ਦਿਓ। ਕੋਸ਼ਿਸ਼ ਕਰੋ 5 ਕਰ ਲਏ, 5 ਭਰ ਦਿਓ, ਕਿਉਂਕਿ ਅਕਸਰ ਕੀ ਹੁੰਦਾ ਜਦੋਂ ਆਪਾਂ 5 ਕਰ ਰਹੇ ਹੁੰਦੇ ਹਾਂ, ਇੱਧਰੋਂ ਆਪਾਂ ਚੌਥਾ ਭਰਿਆ ਜਾਂਦਾ, ਇੱਧਰੋਂ 5ਵਾਂ, ਅਤੇ ਉਹਦੇ ਨਾਲ ਕਾਫੀ ਪ੍ਰਸ਼ਨ ਗਲਤ ਹੁੰਦੇ ਨੇ। ਸਾਡੇ ਤੋਂ ਇਹ ਚੀਜ਼ਾਂ ਹੋਈਆਂ ਸੀ, ਇਹ ਅਸੀਂ ਆਪਦਾ ਐਕਸਪੀਰੀਅੰਸ ਦੱਸ ਰਹੇ ਹਾਂ। ਤਾਂ 5-5 ਦਾ ਜਿਹੜਾ ਪੈਟਰਨ ਹੈ ਤੁਸੀਂ ਉਹ ਸਹੀ ਰਹੂਗਾ। 5 ਪੰਜਾਬੀ ਦੇ ਕਰ ਲਏ, ਫਿਰ ਤੁਸੀਂ ਇਹਦੇ ਕਰ ਲਓ। ਪੰਜਾਬੀ ਦੇ ਮੰਨ ਲਓ ਤੁਹਾਨੂੰ ਕੋਈ ਨਹੀਂ ਆ ਰਿਹਾ, ਤੁਸੀਂ ਉਹ ਛੱਡ ਦਿਓ। ਫਿਰ ਤੁਸੀਂ ਐਂਡ 'ਤੇ ਜਾ ਕੇ ਮੰਨ ਲਓ ਤੁਹਾਡੇ 15-20 ਪ੍ਰਸ਼ਨ ਰਹਿ ਗਏ, ਤਾਂ 15-20 'ਤੇ ਤੁਸੀਂ ਤੁੱਕੇ ਲਾ ਦਿਓ ਜੀ। ਮਤਲਬ 15 ਦੇ ਵਿੱਚੋਂ ਮੰਨ ਲਓ ਜੇ ਆਪਾਂ ਨੈਗੇਟਿਵ ਮਾਰਕਿੰਗ ਵੀ ਹੈਗੀ ਹੈ ਤਾਂ 10 ਦੇ 15 ਵਿੱਚੋਂ 15 ਦੇ 15 B ਭਰ ਦਿਓ ਜਾਂ C ਭਰ ਦਿਓ। ਠੀਕ ਹੈ ਜੀ। ਅਤੇ ਉਮੀਦਵਾਰ ਇਹ ਸਾਰਾ ਹੋ ਗਿਆ। ਗਲਤ ਉੱਤਰ ਲਈ ਕੋਈ ਨੈਗੇਟਿਵ ਮਾਰਕਿੰਗ ਹੈ ਨਹੀਂ ਜੀ। ਨੈਗੇਟਿਵ ਮਾਰਕਿੰਗ ਹਰੇਕ ਠੀਕ ਉੱਤਰ ਦੇ ਦਿਓ ਤਾਂ ਫਿਰ ਤਾਂ ਫਾਇਦਾ ਹੀ ਫਾਇਦਾ ਜੀ। ਮੰਨ ਲਓ ਤੁਹਾਨੂੰ 150 ਦੇ ਵਿੱਚੋਂ 130 ਆਉਂਦੇ ਸੀ, 20 ਆਉਂਦੇ ਨਹੀਂ, ਤਾਂ 20 ਵਾਲੇ ਐਂਡ 'ਤੇ ਮੰਨ ਲਓ ਤੁਹਾਡੇ ਕੋਲ ਰਹਿ ਗਏ 5 ਮਿੰਟ, ਤੁਸੀਂ ਦਬਾ ਦਬ D ਭਰ ਦਿਓ। ਵੈਸੇ ਕੋਸ਼ਿਸ਼ ਇਹ ਹੈ ਕਿ D ਭਰੀਓ, ਕਿਉਂਕਿ D ਦਾ ਚਾਂਸਿਸ ਜ਼ਿਆਦਾ ਹੁੰਦਾ ਹੈ। ਉਮੀਦਵਾਰ ਵੱਲੋਂ OMR ਸ਼ੀਟ 'ਤੇ ਕੋਈ ਵੀ ਸਮੈਸ਼ਲ ਮਾਰਕ ਨਾ ਲਗਾਇਆ ਜਾਵੇ। ਸਪੈਸ਼ਲ ਆਉਣਾ ਸੀ ਅਤੇ ਸਮੈਸ਼ਲ ਲਿਖਿਆ। ਜੇਕਰ ਅਜਿਹਾ ਕੋਈ ਸਮੈਸ਼ਲ ਮਾਰਕ ਉਮੀਦਵਾਰ ਦੀ ਸ਼ੀਟ 'ਤੇ ਪਾਇਆ ਜਾਂਦਾ ਤਾਂ ਉਸ ਦੀ OMR ਸ਼ੀਟ ਰੱਦ ਕਰ ਦਿੱਤੀ ਜਾਵੇਗੀ।
ਚਾਰ ਦੇ ਵਿੱਚੋਂ ਗੋਲਾ ਇੱਕੋ ਹੀ ਭਰਨਾ, ਇਹ ਵੀ ਤੁਹਾਨੂੰ ਪਤਾ ਹੀ ਹੋਊਗਾ। ਕਈ ਵਾਰ ਆਪਾਂ ਐਂ ਕਰਦੇ ਹਾਂ ਫਲੂਡ ਲਾ ਦਿੰਦੇ ਹਾਂ, ਤਾਂ ਇਹ ਫਲੂਡ ਵਾਲਾ ਮਾਨਤਾ ਨਹੀਂ ਹੁੰਦੀ ਉਸ ਚੀਜ਼ ਦੀ, ਠੀਕ ਹੈ ਜੀ। ਜਦ ਤੱਕ ਉਮੀਦਵਾਰਾਂ ਨੂੰ ਪ੍ਰਸ਼ਨ ਪੱਤਰ ਬੁੱਕਲੈਟ ਖੋਲ੍ਹਣ ਲਈ ਨਾ ਕਿਹਾ ਜਾਵੇ ਉਸ ਸਮੇਂ ਤੱਕ ਪੇਪਰ ਬੁੱਕਲੈਟ ਨਾ ਖੋਲ੍ਹੀ ਜਾਵੇ। ਜੇਕਰ ਕੋਈ ਉਮੀਦਵਾਰ ਪੇਪਰ ਬੁੱਕਲੈਟ ਸਮੇਂ ਤੋਂ ਪਹਿਲਾਂ ਖੋਲ੍ਹਦਾ ਤਾਂ ਉਸ ਦੇ ਖਿਲਾਫ ਨਿਯਮਾਂ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਹੜੇ ਸਰਕਾਰੀ ਕਰਮਚਾਰੀ ਪੀਸਟੈਟ ਦਾ ਇਮਤਿਹਾਨ ਦੇਣਾ ਚਾਹੁੰਦੇ ਹਨ ਉਹਨਾਂ ਨੂੰ ਆਪਣੇ ਪਿੱਤਰੀ ਵਿਭਾਗ ਤੋਂ ਪੂਰਾ ਪ੍ਰਵਾਨਗੀ ਲੈਣੀ ਲਾਜ਼ਮੀ ਹੈ ਅਤੇ ਪ੍ਰੀਖਿਆ ਦੇਣ ਦਾ ਕਾਰਨ ਵੀ ਸਪਸ਼ਟ ਕਰਨਾ ਲਾਜ਼ਮੀ ਹੈ। ਉਮੀਦਵਾਰ ਰਫ ਕੰਮ ਜਿਹੜੇ ਟੀਚਰ ਨੇ ਮੰਨ ਲਓ ਜਿਨ੍ਹਾਂ ਦਾ ਆਲਰੇਡੀ ਕਲੀਅਰ ਹੈ, ਜੇ ਉਹ ਦੁਬਾਰਾ ਦੇਣਾ ਚਾਹੁੰਦੇ ਨੇ ਤਾਂ ਉਹ ਦੇ ਸਕਦੇ ਨੇ, ਪਰ ਪ੍ਰਵਾਨਗੀ ਲੈਣੀ ਹੁੰਦੀ ਹੈ। ਜਿਵੇਂ ਹੁਣ ਮੈਂ ਖੁਦ ਦੇਣਾ ਚਾਹਾਂ ਤਾਂ ਮੈਂ ਨਹੀਂ ਦੇ ਸਕਦਾ ਪਰ ਪ੍ਰਵਾਨਗੀ ਤੋਂ ਬਿਨਾਂ ਨਹੀਂ ਦੇ ਸਕਦਾ। ਉਮੀਦਵਾਰ ਨੂੰ ਇਸ ਸੰਬੰਧੀ ਕੋਈ ਮਾਨਪੱਤਾ TADA ਨਹੀਂ ਦਿੱਤਾ ਜਾਂਦਾ। ਉਮੀਦਵਾਰ ਰਫ ਕੰਮ ਪ੍ਰਸ਼ਨ ਪੱਤਰ ਬੁੱਕਲੈਟ ਤੇ ਖਾਲੀ ਜਗ੍ਹਾ ਦੇ ਉੱਤੇ ਹੀ ਕਰੂਗਾ, ਕੋਈ ਸਪੈਸ਼ਲ ਕਾਗਜ਼ ਨਹੀਂ ਮਿਲਦਾ। ਇਸ ਤੋਂ ਬਾਅਦ ਚੱਲਦੇ ਹਾਂ ਜੀ ਆਪਾਂ ਸਟਰਕਚਰ ਫॉर ਪੀਸਟੈਟ। ਠੀਕ ਹੈ ਜੀ, ਆਹ ਦੇਖੋ ਜੀ ਪੀਸਟੈਟ 1 ਦੇ ਲਈ ਹੈ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ 30 MCQ यानी ਮਲਟੀਪਲ ਚੁਆਇਸ ਕੁਐਸਚਨ ਹੋਣਗੇ ਜੀ, 30 ਮਾਰਕਸ ਦੇ ਹੋਣਗੇ। ਲੈਂਗੁਏਜ 1 30 ਦੇ ਹੀ ਹੋਣਗੇ, ਲੈਂਗੁਏਜ 2 30 ਦੇ, ਮੈਥਮੈਟਿਕਸ 30 ਦੇ ਤੇ ਇਨਵਾਇਰਨਮੈਂਟ ਸਟੱਡੀ 30 ਦੇ। यानी कि मैथ इंग्लिश पंजाबी इन्वायरमेंट साइंस ते चाइल्ड डिवेलपमेंट एंड पैडागोजी एंड पंजाबी होंदी है जी। ये 150 नंबर का होंगे जिहड़ा असीं खुद क्वालीफाई करके आए हैं। फिर 2 दे लई आ चाइल्ड डिवेलपमेंट एंड पैडागोगी कंपलसरी आ 30 नंबर दी आ। फिर लैंगुएज 1 कंपलसरी है जिंदा पंजाबी ते इंग्लिश कंपलसरी आ। फिर इस तो बाद तुहाडी मैथमैटिक्स दे लई दे रहे हो तो मैथमैटिक्स एंड साइंस 60 MCQ होणगे। फॉर सोशल स्टडी टीचर ਦੇ ਲਈ ਸੋਸ਼ਲ ਸਟੱਡੀ 60 MCQ ਦੇ ਹੋਣਗੇ। ਆਰਟ ਐਂਡ ਕਰਾਫਟ ਦੇ ਟੀਚਰ ਦੇ ਲਈ 60 ਹੁੰਦੇ ਹੋਣਗੇ। ਫॉर ਫਿਜ਼ੀਕਲ ਐਜੂਕੇਸ਼ਨ ਦੇ ਲਈ ਤਾਂ ਹੋਮ ਸਾਇੰਸ ਦੇ ਲਈ ਅਲੱਗ, ਉਰਦੂ ਦੇ ਲਈ ਅਲੱਗ, ਮਿਊਜ਼ਿਕ ਦੇ ਲਈ ਅਲੱਗ, ਤਾਂ ਇਹ ਚੀਜ਼ਾਂ ਹੋਣਗੀਆਂ ਜੀ, ਠੀਕ ਹੈ ਜੀ। ਇਸ ਤੋਂ ਬਾਅਦ ਚੱਲਦੇ ਹਾਂ ਸਿਲੇਬਸ ਫॉर ਆਲ ਸਬਜੈਕਟਸ। आ लो जी स्ट्रक्चर एंड कंटेंट ऑफ पीस्टेट। ऑल क्वेश्चन इन पीस्टेट विल बी मल्टीपल चॉइस क्वेश्चन, सारे दे सारे मल्टीपल होंगे ने। ईच कैरिंग 1 मार्क, सारा का एक होंगे विद 4 अल्टरनेटिव आउट ऑफ विच वन इज आंसर इज करैक्ट। 4 ऑप्शन के एक करैक्ट होंगे। देयर विल बी नो नैगेटिव मार्किंग, तो नैगेटिव मार्किंग नहीं हैगी। देयर विल बी 2 पार्ट पेपर्स ऑफ पीस्टेट। पीस्टेट 1 विल बी फॉर अ पर्सन हु इंटेंड्स टू बी ए टीचर फॉर क्लास 1 to 5 यानी कि प्राइमरी टीचर लिए पेपर 1 तो 6 to 8 के लिए प्राइमरी TGT बोलते हैं उन्होंने, तो TGT होगा जी, ठीक है जी। हाउ एवर अ पर्सन हु इंटेंड्स टू बी ए टीचर फॉर level 1 and level 2 mentioned above and fulfills the minimum qualification for both level will have to appear for both paper 1 for class 1 प्राइमरी स्टेजेस। ड्यूरेशन 2.5 आवर यानी कि 2.5 घंटे का टाइम होगा। 150 नंबर का होगा। स्ट्रक्चर थोड़ा सारा पहला दसिया ही 30 नंबर की MCQ होंगे यानी कि पैडागोजी 30 की पंजाबी, 30 की इंग्लिश, 30 का मैथ, 30 इन्वायरमेंट स्टडी। इहदे लई सब तो बेस्ट ये है कि तुसीं NCERT की किताबां पढ़ो, शुरू तो लग जाओ 1 तो लैके 8वीं 10वीं तक दी किताबां तुसीं पढ़ दो। नेचर एंड स्टैंडर्ड फॉर ईच क्वेश्चन, इस तो बाद जिहड़े प्रीवियस ईयर के क्वेश्चन पेपर ने तुसीं ज़्यादातर वो पढ़ लो जे तुहाडे कोल टाइम घट है। द टेस्ट आइटम्स ऑन चाइल्ड डिवेलपमेंट एंड पैडागोजी विल फोकस ऑन एजुकेशनल साइकोलॉजी ऑफ टीचिंग एंड लर्निंग रेलिवेंट टू द एज ग्रुप ऑफ 6-11 ईयर्स। There will be focus on understanding the characteristics and needs of diverse learners, interaction with learners and the attributes and qualifying। ये काफ़ी कुछ है जी, तुसी पढ़ सकते हो। फॉर गुड फैसिलिटेटर एंड लर्निंग अराउंड 70% ऑफ द आइटम फोकस ऑन द मेंशन यूनिट, ठीक है जी। द टेस्ट टर्म्स ऑफ लैंग्वेज 1 विल फोकस ऑन प्रोफिशिएंसी रिलेटेड टू द मीनिंग ऑफ इंस्ट्रक्शन। पैडागोजी ऑफ लैंग्वेज डेवलपमेंट वुड कवर 45% ऑफ द टेस्ट आइटम, ठीक है जी। सारा कुछ तुसी पढ़ ले। पेपर 2 के लिए भी तुसी दसता पेपर 2 के लिए कंपलसरी जिहड़ियां ने वो पंजाबी, इंग्लिश ते पैडागोजी तो वही सेम ही है जिहड़ी पीस्टेट 1 दे विच आंदी वही ने। उस तो बाद जे मैथ का टीचर है तो मैथ के लिए अलग तो होगा, सोशल के लिए अलग तो होगा, ये सारा कुछ होगा जी। ये सारा कुछ है तुसीं देख सकते हो। सिलेबस फॉर पीस्टेट 1, कंसैप्ट ऑफ डेवलपमेंट एंड इट्स रिलेशनशिप विद लर्निंग, प्रिंसीपल ऑफ डेवलपमेंट ऑफ चिल्ड्रन, ये सारा कुछ तुसीं देख सकते हो, ठीक है जी। लैंग्वेज 2 पंजाबी के लिए लर्निंग एंड इक्विजन, प्रिंसीपल ऑफ लैंग्वेज टीचिंग, रोल ऑफ लिसनिंग एंड स्पीकिंग, ये सारा कुछ है। लैंग्वेज स्किल हो जाऊगा, ग्रामर हो जाऊगी, टैक्सट बुक हो जाऊगी, मल्टीमीडिया हो जाऊगा। लैंग्वेज 2 के लिए इंग्लिश हो गया, ये सारा कुछ है तुसीं देख सकते हो। डिवीजन वेट सारिया चीज़ां ने जी, काफ़ी कुछ है, तुसीं ये सारे चीज़ां देख सकते हो। मैं दी PDF तुहाडे नाल शेयर कर दूँगा, ठीक है जी। इस तो बाद है जी गाइडलाइनस फॉर स्क्रीबर। गाइडलाइनस फॉर स्क्रीबर आ देखो जी, वैज्ञानिक तथा औद्योगिक अनुसंधान परिषद, ये वादा कुछ करने की लोड़ नहीं, मुझे भारत सरकार द्वारा जारी करा ला, ये कोई चक्कर नहीं है जी, ठीक है जी।
ਇਸ ਤੋਂ ਬਾਅਦ ਆਪਾਂ ਫਾਰਮ ਭਰਾਂਗੇ। ਫਾਰਮ ਭਰਦਿਆਂ ਨਾਲ ਦੀ ਨਾਲ ਤੁਸੀਂ ਵੀਡੀਓ ਤੇ ਬਣੇ ਰਹੀਓ। ਵੀਡੀਓ ਲੰਬੀ ਜ਼ਰੂਰ ਹੈ ਪਰ ਕੱਲੀ ਕੱਲੀ ਚੀਜ਼ ਧਿਆਨ ਨਾਲ ਦੇਖਿਓ। ਆਪਾਂ ਭਰਦੇ ਹਾਂ ਜੀ ਫਾਰਮ। ਦੁਬਾਰਾ ਚੱਲਦੇ ਹਾਂ ਜੀ ਇੱਥੇ। ਹੁਣ ਆਪਾਂ ਦੇਖੋ ऑनलाइन रजिस्ट्रेशन फॉर पीस्टैट, लॉगिन फॉर पीस्टैट। लॉगिन उन्होंने लिए होगा जिन्होंने फार्म भर के आप लॉगिन करना है। अबाउट पीस्टैट है, ये सारा कुछ है जी, इन्ना भरन की लोड़ नहीं, आप बस इस पर चलते हैं। ठीक है जी। एप्लीकेशन फॉर्म होगा, रजिस्ट्रेशन होगा, दैन फीस पेमेंट होगी। प्लीज़ रीड द इन्फॉर्मेशन बुलेटिन ऑफ पीस्टैट 2024 केयरफुली बिफोर यू स्टार्ट फिलिंग द ऑनलाइन एप्लीकेशन फॉर्म। कैंडीडेट्स कैन अप्लाई फॉर पीस्टैट 2000 ऑनलाइन बाय द आ साइट पर जाके आप भर सकते हैं। कैंडीडेट्स आर नोट रिक्वायर्ड टू सेंड हार्ड कॉपी। हार्ड कॉपी भेजन की लोड़ नहीं आपां नूं। ते आपां स्टार्ट करांगे जी। ये स्टैप 1 है जी एप्लीकेशन फॉर्म दे विच रजिस्ट्रेशन नंबर दी कैंडीडेट शुड सप्लाई ऑल डिटेल्स वाइल फिलिंग दी ऑनलाइन फॉर्म। ठीक है जी। आ सारा कुछ भर के स्टैप 2 दे विच पे एग्जामिनेशन फीस है ते 3 पे करना है। ये सारा कुछ तुसीं करता ते आई एग्री कर दो, क्लिक हेयर टू प्रोसीड। सब तो पहला आपां नाम लिखना, जिद्दां मेरा नाम है मैं वैसे लिख दिंदा। ठीक है जी। जो भी आप तुसी नाम लिख सकते हो, अमित लिखता। ठीक है जी। पूरा नाम लिख दो नाल अमित कुमार। जो भी फादर नेम लिखती हो जगसीर सिंह। ठीक है जी। जो भी थोड़े फादर नेम, मैं जस्ट एक थोड़े नाल दे नहीं भरदा मैं। ठीक है जी। डेट ऑफ बर्थ है जो मर्जी थोड़ा जिहड़ा डेट ऑफ बर्थ है जिहड़ी एक्चुअल दे विच होगी, तुसी 2-3 बारी इस फार्म नूं चैक जरूर कर लियो। ठीक है जी। मैं वैसे ही भर रहा सारा कुछ। जेंडर हो गया, जेंडर दे विच मेल फीमेल ट्रांसजेंडर है। ईमेल आईडी जरूर भरियो, आपदी परसनल आईडी मेल भेज दियो तुसी। जो भी है मैं वैसे ही भर रहा। ठीक है जी। उस पर OTP आऊगा, जैनुअन भरनी है तुसी, मैं जान के भर रहा। मोबाइल नंबर भर दियो, इत्ते OTP आऊगा जिद्दां आपां आपदा मोबाइल नंबर भर सकते हैं। ठीक है जी। आइडेंटिटी टाइप हो गया, आधार कार्ड भर रहे हो, आधार कार्ड आ जाऊगा, आधार नंबर आ जाऊगा जी फिर। ठीक है जी। जो भी थोड़ा नंबर है तुसी ओह वैसे ही आप जो भी है तुसी भर सकते हो। ठीक है जी। एड्रैस कोरसपोंडेंस एड्रैस का मतलब होंदा है कि जिथे तुसी एट प्रेजेंट मतलब कोरसपोंडेंस एक होंदा परमानेंट, जिथे तुसी परमानेंट रहने कोरसपोंडेंस है। तो कोरसपोंडेंस जो भी है तुसी भर दियो एवें करके। सिलैक्ट डिस्ट्रिक्ट कर लियो, जो भी थोड़ा डिस्ट्रिक्ट है तुसी वो कर लियो। जिद्दां मेरा है तो तहसील नेम हो जाऊगा। ठीक है जी। पिन कोड भर दो जिमें। ठीक है जी। ये तो मैं वैसे ही कर रहा। तुसी जो भी है सेम एड्रैस परमानेंट भी इदां ही कर दियो। चूज़ पासवर्ड, पासवर्ड जिहड़ा हैगा तुसी एक वड्डा अक्षर बाकी छोटे अक्षर जो भी है तुसी रखना चाहो। ठीक है जी। ये मैं जस्ट वैसे रख रहा। ठीक है जी। यानी एक वड्डा अक्षर छोटे अक्षर उस तो बाद कोई भी नमैरिकल अक्षर ते दैन तुसी @ या हैश जो भी तुसी पा सकते हो। दैन कोई भी है वट इज़ द नेम ऑफ योर फस्ट स्कूल। ठीक है जी। ये तुसी याद रखना। कई बार आप पासवर्ड भुल जाने। ठीक है जी। ये तुसी वैसे ही तुसी आई हेयर बाई करके दैन सबमिट कर देना। ठीक है जी। इत्थे हुण OTP आ जाऊगा। मान लो OTP आ गया मेरे को, तो OTP मैं भरूँगा जी। वैसे मैं डू नॉट डिस्टर्ब लाया हुआ है, पर देखते हैं जो OTP आंदा तो मैं इत्थे डू नॉट डिस्टर्ब लाया हुआ है अपने कोले। इस तो बाद जो ही अपने को आ गया तो आप ये भर देंगे। उस तो बाद इनकंप्लीट एप्लीकेशन फॉर्म तो फीस पेमेंट कंप्लीट एप्लीकेशन फॉर्म। ठीक है जी। पर्सनल डिटेल है वो इनकंप्लीट है, इन्हू कंप्लीट करांगे। कंप्लीट एप्लीकेशन फॉर्म प्लीज़ फिल पर्सनल डिटेल। जो आप पर्सनल डिटेल पर जावांगे तो आपकी पर्सनल डिटेल जी है मेरी शो हो जूगी। दैन तुसीं इत्ते टिक मार देना। ठीक है जी। टिक मार के तुसीं आपकी सिलैक्ट कैटेगरी करनी है भी जरनल है, BC है, जो पंजाब तो है कि हरियाणा तो। इस गल का ख्याल रखियो अदर स्टेट के लिए क्योंकि असीं अदर स्टेट तो डोमिसल नहीं अदर दैन पंजाब आऊगा क्योंकि आप हरियाणे दे हाँ। जिहड़े हरियाणे तो ने इंपलॉई एज अ टीचर, मैं तो टीचर हाँ वैसे, मैं नॉट इंपलॉयड के हिसाब नाल ही भरदा। सिलैक्ट डिफरेंट एबल नो सेव एंड कंटिन्यू। ठीक है जी। अगे चलते हैं। अगे NCT की गाइडलाइनस ने जो पढ़ने पढ़ सकते नहीं। अपना अपलाइंग फॉर पेपर 1 के लिए पढ़ते हैं तो पेपर 1 भरना, पेपर 2 के लिए भरते पेपर 2 तो बोथ के लिए भरते तो बोथ मैं बोथ के लिए भर सकदा। सिलैक्ट क्राइटेरिया। ठीक है जी। यस है। मिनिमम एजुकेशन क्वालिफिकेशन फॉर पेपर 1 सीनियर सैकेंडरी और इट्स
equivalent with at least 50% marks and second year diploma in elementary education by whatever name known. Senior secondary or at least with at least 45 marks 2-year diploma in elementary education by whatever name in according with NCT। जो भी ਤੁਹਾਡੀ ਕੁਆਲੀਫਿਕੇਸ਼ਨ ਹੈ ਤਾਂ ਤੁਸੀਂ ਉਹ ਕੁਆਲੀਫਿਕੇਸ਼ਨ 4 ਈਅਰ ਦੀ ਬੈਚਲਰ ਐਲੀਮੈਂਟਰੀ ਡਿਗਰੀ ਹੈ, BLD ਹੈ, ਤਾਂ ਸੀਨੀਅਰ ਸੈਕੰਡਰੀ ਦੇ ਲਈ ਹੈ ਤਾਂ ਸਪੈਸ਼ਲ ਐਜੂਕੇਸ਼ਨ ਹੈ। ਮੇਰਾ ਤਾਂ ਜਿਵੇਂ ਇਹ ਹੈ ਤਾਂ ਮੈਂ ਪਹਿਲਾਂ ਹੀ ਭਰ ਦਿੰਦਾ, ਠੀਕ ਹੈ ਜੀ। ਤਾਂ ਮਿਨੀਮਮ ਐਜੂਕੇਸ਼ਨ ਕੁਆਲੀਫਿਕੇਸ਼ਨ ਫॉर ਪੇਪਰ 2 ਮਿਨੀਮਮ ਇਹ ਹੈ ਜੀ, ਜਾਂ ਤਾਂ ਤੁਸੀਂ BA ਕੀਤੀ ਹੋਣੀ ਚਾਹੀਦੀ ਹੈ ਜਾਂ BSc ਕੀਤੀ ਹੋਣੀ ਚਾਹੀਦੀ ਹੈ, 2 ਈਅਰ ਦਾ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ, BA BSc ਵਿਦ ਐਟ ਲੀਸਟ 50% ਤੇ ਫਸਟ ਈਅਰ ਜਿਹੜਾ ਹੈਗਾ ਉਹ BA ਬੈਚਲਰ B.Ed ਦਾ ਕੰਪਲੀਟ ਹੋਣਾ ਚਾਹੀਦਾ ਜੇ ਤੁਸੀਂ ਦੂਜਾ ਭਰ ਰਹੇ ਹੋ। BA BSc ਵਿਦ ਐਟ ਲੀਸਟ 45 ਮਾਰਕਸ ਐਟ 1 ਈਅਰ ਬੈਚਲਰ 1 ਸਾਲ ਦਾ ਹੋਣਾ ਚਾਹੀਦਾ ਅਕੋਰਡਿੰਗ ਵਿਦ NCT ਰਿਕੋਗਨੀਸ਼ਨ ਨੋਰਮਸ ਐਂਡ ਪ੍ਰੋਸੀਜਰ ਰੈਗੂਲੇਸ਼ਨ ਐਸੋਸੀਏਟ। ਸੀਨੀਅਰ ਸੈਕੰਡਰੀ ਔਰ ਇਟਸ ਵਿਦ ਐਟ ਲੀਸਟ 50 ਮਾਰਕਸ, ਠੀਕ ਹੈ ਜੀ। 4 ਈਅਰਸ ਦਾ ਡਿਪਲੋਮਾ ਬੈਚਲਰ ਇਨ ਐਲੀਮੈਂਟਰੀ ਐਜੂਕੇਸ਼ਨ, ਸੀਨੀਅਰ ਸੈਕੰਡਰੀ ਐਟ ਲੀਸਟ 4, ਠੀਕ ਹੈ ਜੀ। BA BSc ਐਟ ਲੀਸਟ ਸਪੈਸ਼ਲ ਐਜੂਕੇਸ਼ਨ। ਤਾਂ ਤੁਸੀਂ ਜੋ ਵੀ ਮੰਨ ਲਓ ਜਿਹੜੇ ਬੰਦੇ ਪਹਿਲਾ ਸਾਲ B.Ed ਦਾ ਕਰ ਚੁੱਕੇ ਨੇ ਤਾਂ ਉਹ B.Ed ਦੇ ਲਈ ਆਪਾਂ ਐਟ ਲੀਸਟ ਆਹ ਵਾਲਾ ਭਰ ਸਕਦੇ ਹਾਂ, ਠੀਕ ਹੈ ਜੀ। ਤਾਂ ਪੇਪਰ ਦੇ ਲਈ ਹੋ ਗਿਆ। ਤਾਂ ਤੁਸੀਂ ਕਿਹੜੇ ਪੇਪਰ ਲਈ ਭਰ ਰਹੇ ਹੋ? ਮੈਥ ਐਂਡ ਸਾਇੰਸ, ਸੋਸ਼ਲ ਸਟੱਡੀ, ਜੋ ਵੀ ਤੁਸੀਂ ਟੀਚਰ ਬਣਨਾ ਤੁਸੀਂ ਉਹ 90 ਨੰਬਰ ਦਾ ਤਾਂ ਉਹੀ ਆਊਗਾ, 60 ਨੰਬਰ ਦੇਣਾ ਚਾਹੋਗੇ। ਜਿੱਦਾਂ ਮੈਥ ਐਂਡ ਸਾਇੰਸ ਹੈ ਤਾਂ ਦੈਨ ਸੇਵ ਐਂਡ ਕੰਟੀਨਿਊ ਕਰ ਦਿਓ, ਦੈਨ ਤੁਸੀਂ ਓਕੇ ਕਰਤਾ। ਦੈਨ ਓਕੇ ਕਰਨ ਤੋਂ ਬਾਅਦ ਤੁਹਾਡੀਆਂ ਬੇਸਿਕ ਜਿਹੜੀਆਂ ਕੁਆਲੀਫਿਕੇਸ਼ਨ ਨੇ, ਸੀਨੀਅਰ ਸੈਕੰਡਰੀ ਤੁਸੀਂ ਕਿੱਥੋਂ ਕੀਤੀ ਹੈ? ਆਰਟਸ ਕੀਤੀ ਹੈ, ਕਮਰਸ 'ਚੋਂ ਕੀਤੀ ਹੈ, ਸਾਇੰਸ 'ਚੋਂ ਕੀਤੀ ਹੈ। ਜਿੱਦਾਂ ਤੁਸੀਂ ਮੈਂ ਕਮਰਸ 'ਚੋਂ ਕੀਤੀ ਹੈ, ਸਿਲੈਕਟ ਬੋਰਡ ਚੂਜ਼ ਕਰ ਲਓ ਤੁਸੀਂ। ਕੋਈ ਵੀ ਤੁਹਾਡਾ ਜਿਹੜਾ ਬੋਰਡ ਹੈ ਤੁਸੀਂ ਉਹ ਸਿਲੈਕਟ ਬੋਰਡ ਕਰ ਲਓ, ਠੀਕ ਹੈ ਜੀ। ਜਿਵੇਂ ਆਪਣਾ ਹਰਿਆਣੇ ਦਾ ਤਾਂ ਹਰਿਆਣੇ ਦਾ ਭਰ ਸਕਦੇ ਹਾਂ, ਠੀਕ ਹੈ। ਇੱਥੇ ਤੁਸੀਂ ਦੇਖ ਲਿਓ ਕਿਹੜਾ ਕਿਹੜਾ ਹੈਗਾ, ਉਹ ਮੈਂ ਜਸਟ ਇੱਕ ਤੁਹਾਡੇ ਨਾਲ ਕਰ ਰਿਹਾ, ਠੀਕ ਹੈ ਜੀ। ਇੱਥੇ ਲਿਖਿਆ ਹੋਊਗਾ ਹਰਿਆਣੇ ਦਾ ਵੀ ਹੈ, ਪੰਜਾਬ ਦਾ ਵੀ ਹੋਊਗਾ, ਠੀਕ ਹੈ ਜੀ। ਇਹ GBSC ਲਕਸ਼ਦੀਪ, ਦਮਨ ਐਂਡ ਦੀਵ, ਅੰਡਮਾਨ ਨਿਕੋਬਾਰ ਦੀਪ, ਦਿੱਲੀ ਬੋਰਡ ਹੋਗਾ, ਚੰਡੀਗੜ੍ਹ ਇੰਸਟੀਚਿਊਟ ਹੋਗਾ, CBSE ਬੋਰਡ ਹੈ। ਵੈਸੇ ਆਪਣਾ CBSE ਬੋਰਡ ਹੁੰਦਾ ਹੈ। ਜਿਹੜਾ ਵੀ ਤੁਹਾਡਾ ਹੈਗਾ ਤੁਹਾਡਾ ਤੁਸੀਂ ਉਹ ਕਰ ਲਓ। ਜਿੱਦਾਂ ਮੈਂ ਇਹ CBSE ਭਰਤਾ। ਪਰਸੈਂਟੇਜ ਕਿੰਨੀ ਕਿੰਨੀ ਹੈ ਪਾਸਿੰਗ ਈਅਰ, ਫਿਰ ਮੈਕਸਿਮਮ ਮਾਰਕਸ ਆ ਜਾਣਗੇ ਜੀ, ਠੀਕ ਹੈ ਜੀ। ਫਿਰ ਮੈਕਸਿਮਮ ਮਾਰਕਸ ਕਿੰਨੇ ਸੀਗੇ, ਪਾਸਿੰਗ ਈਅਰ ਕਿਹੜਾ ਸੀਗਾ ਤੇ ਓਬਟੇਨਡ। ਮੰਨ ਲਓ ਤੁਹਾਡੇ ਸੀਗੇ ਪਾਸਿੰਗ ਈਅਰ ਤੁਸੀਂ 2017 'ਚ ਕੀਤਾ, ਮੈਕਸਿਮਮ ਮਾਰਕਸ ਸੀਗੇ ਇਹਦੇ 1500 ਤੇ ਤੁਸੀਂ ਲੈ ਲਏ ਸੀਗੇ 1100, ਠੀਕ ਹੈ ਜੀ। ਇੱਕ ਮੈਂ ਐਗਜ਼ਾਮਪਲ ਦੇ ਤੌਰ ਤੇ ਭਰ ਰਿਹਾ। ਦੈਨ ਗ੍ਰੈਜੂਏਸ਼ਨ BA ਤੁਸੀਂ ਕਿਹੜੀ ਯੂਨੀਵਰਸਿਟੀ 'ਚੋਂ ਕੀਤੀ? ਜਿੱਦਾਂ ਅਸੀਂ CDLE 'ਚੋਂ ਕੀਤੀ, ਚੌਧਰੀ ਦੇਵੀ ਲਾਲ ਯੂਨੀਵਰਸਿਟੀ ਹੈ। ਪਰਸੈਂਟੇਜ ਕਿੰਨਾ ਸੀ, ਪਾਸਿੰਗ ਈਅਰ ਸੀਗਾ ਜਿਵੇਂ ਮੇਰਾ 2012, ਠੀਕ ਹੈ ਜੀ। ਐਵੇਂ ਤੁਸੀਂ ਮੈਕਸਿਮਮ ਮਾਰਕਸ ਕਰ ਸਕਦੇ ਹੋ ਜਿੰਨੇ ਵੀ। ਮੰਨ ਲਓ 800 ਚੋਂ ਆਏ ਤੁਹਾਡੇ 400 ਜਾਂ 600 ਆਏ ਤਾਂ ਤੁਸੀਂ ਇੱਥੇ 600 ਕਰ ਦਈਏ, ਠੀਕ ਹੈ ਜੀ। ਕਾਲਜ ਇੰਸਟੀਚਿਊਟ ਯੂਨੀਵਰਸਿਟੀ ਫਰੋਮ ਵਿਚ B.Ed ਡਿਗਰੀ ਡਿਪਲੋਮਾ ਐਜੂਕੇਸ਼ਨ ਐਲੀਮੈਂਟਰੀ ਐਜੂਕੇਸ਼ਨ, ਜੋ ਵੀ ਤੁਸੀਂ ਡਿਪਲੋਮਾ ਕੀਤਾ ਕਦੋਂ ਕੀਤਾ ਸੀਗਾ, ਡਿਗਰੀ ਕਦੋਂ ਕੀਤੀ ਸੀ, ਉਹ ਸਾਰਾ ਤੁਸੀਂ ਕਰਕੇ ਦੈਨ ਸੇਵ ਐਂਡ ਕੰਟੀਨਿਊ ਕਰ ਦੇਣਾ। ਫਿਲ ਐਟ ਲਿਸਟ ਡਿਗਰੀ ਐਂਡ ਡਿਪਲੋਮਾ, ਜਿੱਦਾਂ ਮੈਂ ਵੈਸੇ ਹੀ ਭਰ ਦਿੰਦਾ, ਠੀਕ ਹੈ ਜੀ। 2016 ਭਰ ਦਿੰਦੇ ਹਾਂ। ਕਾਲਜ ਯੂਨੀਵਰਸਿਟੀ CDLU, ਇਹ ਵੀ CDLU ਭਰ ਦਿੰਦੇ ਹਾਂ। ਪਰਸੂਇੰਗ ਈਅਰ, ਪਾਸ ਦਾ ਈਅਰ ਹੋਊਗਾ 2014, ਇਹਦਾ ਹੋ ਗਿਆ 2018, ਠੀਕ ਹੈ ਜੀ। ਰਿਜ਼ਲਟ ਪਾਸ ਹੈ ਜੀ। ਜੇ ਪਰਸੂਇੰਗ ਮਤਲਬ ਤੁਸੀਂ ਕਰ ਰਹੇ ਹੋ ਤਾਂ ਫਿਰ ਉਸ ਹਿਸਾਬ ਨਾਲ ਪਾਉਣਾ ਹੈ, ਠੀਕ ਹੈ। ਜਿਹੜੇ ਹੁਣ B.Ed ਕਰ ਰਹੇ ਨੇ ਉਹ ਪਰਸੂਇੰਗ 'ਚ ਆ ਜਾਣਗੇ। ਜਿੱਦਾਂ ਇੱਥੇ 70 ਤੇ ਇੱਥੇ 70, ਦੈਨ ਆਪਾਂ ਸੇਵ ਐਂਡ ਕੰਟੀਨਿਊ ਕਰਤਾ। ਕੁਆਲੀਫਿਕੇਸ਼ਨ ਡਿਟੇਲਸ ਵੀ ਹੋ ਗਈ। ਫਿਰ ਤੁਸੀਂ 5 ਤੋਂ ਲੈ ਕੇ 50 KB ਤੱਕ ਆਪਦੀ ਜਿਹੜੀ ਫਾਈਲ ਹੈ ਓਕਨ ਸਕੈਨਰ 'ਤੇ ਜਾਂ ਕਿਸੇ ਵੀ ਸਕੈਨਰ 'ਤੇ ਕਰ ਲਓ। ਛੋਟੀ ਕਰਨ ਦੇ ਲਈ ਉਹਨੂੰ ਕੰਪਰੈਸਡ ਫਾਈਲ ਕਰਨ ਦਾ ਇੱਕ ਆਪਸ਼ਨ ਆਉਂਦਾ ਹੈ। ਗੂਗਲ 'ਤੇ ਲਿਖੋਗੇ ਤੁਸੀਂ ਕੰਪਰੈਸਡ ਫਾਈਲ ਟਾਈਪ ਹੋ ਜੂਗੀ। ਜਿੱਦਾਂ ਚੂਜ਼ ਫਾਈਲ ਹੈ, ਮੈਂ ਇੱਕ ਚੂਜ਼ ਕਰ ਲੈਣਾ। ਮੈਂ ਵੈਸੇ ਜਾਣ ਕੇ ਕੋਈ ਵੀ ਫੋਟੋ ਸੈੱਟ ਕਰ ਲਈ ਹੈ। ਤੁਸੀਂ ਸੇਵ ਐਂਡ ਕੰਟੀਨਿਊ ਜਦੋਂ ਕੀਤਾ ਦੈਨ ਫੋਟੋ ਐਂਡ ਸਿਗਨੇਚਰ ਹੋ ਗਿਆ। ਇਹ ਮੇਰੀ ਡਿਟੇਲ ਸਾਰੀ ਭਰੀ ਗਈ, ਠੀਕ ਹੈ ਜੀ। ਫੋਟੋ ਵੀ ਭਰੀ ਗਈ, ਮੈਂ ਜਾਣ ਕੇ ਇਹ ਚੀਜ਼ ਭਰੀ ਹੈ, ਤੁਹਾਡੇ ਸਾਹਮਣੇ ਹੈ। ਅਤੇ ਇਸ ਤੋਂ ਬਾਅਦ ਪ੍ਰੋਸੀਡ ਫੋਰ ਪੇਮੈਂਟ ਫੋਰ ਡਿਕਲੇਰੇਸ਼ਨ ਆ ਜਾਊਗਾ। ਆਈ ਹੇਅਰ ਬਾਈ ਕਰਕੇ ਦੈਨ ਪੇਮੈਂਟ ਹੈ। ਤੁਸੀਂ 2 ਨਾਲ ਹੀ ਭਰਿਆ ਤਾਂ 2000 ਹੈ, ਨਹੀਂ ਤਾਂ 1000 ਆ ਜਾਂਦਾ। ਦੈਨ ਤੁਸੀਂ ਇਹਦਾ QR ਕੋਡ ਆ ਜਾਊਗਾ, ਦੈਨ ਤੁਸੀਂ ਇਹਦੀ ਪੇਮੈਂਟ ਭਰ ਦੇਣੀ ਹੈ। ਪਾਸਵਰਡ ਤੁਸੀਂ ਜ਼ਰੂਰ ਯਾਦ ਰੱਖਣਾ ਹੈ। ਯੂਜ਼ਿੰਗ ਕ੍ਰੈਡਿਟ ਕਾਰਡ ਹੈ, ਡੈਬਿਟ ਕਾਰਡ ਹੈ, UPI ਹੈ, ਤੁਸੀਂ ਕਰ ਸਕਦੇ ਹੋ। ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਮੈਂ ਥੋੜ੍ਹਾ ਜਿਹਾ ਜਲਦੀ 'ਚ ਬਣਾਈ ਹੈ, ਇਸ ਕਰਕੇ ਮੈਨੂੰ ਮਾफ़ ਕਰ ਦਿਓ। ਪਰ ਮੈਂ ਸਾਰੀ ਡਿਟੇਲ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੋਸ਼ਿਸ਼ ਇਹ ਕਰਿਓ ਕਿ ਤੁਸੀਂ ਖੁਦ ਭਰਿਓ। ਬੈਸਟ ਵਿਸ਼ੇਜ਼। ਤੁਹਾਨੂੰ ਕੋਈ ਵੀ ਮਟੀਰੀਅਲ ਚਾਹੀਦਾ ਮੈਂ ਤੁਹਾਨੂੰ ਇਹਦੀ PDF ਸਾਰੀ ਸ਼ੇਅਰ ਕਰ ਦੂੰਗਾ। ਧੰਨਵਾਦ ਜੀ।